हाँ जी, ਹੈਲੋ ਸਟੂਡੈਂਟਸ। ਅੱਜ ਬੇਸਿਕਸ ਆਫ ਵੈਕਟਰਸ ਆਪਾਂ ਸਟਾਰਟ ਕਰਨ ਲੱਗੇ ਹਾਂ। ਆਲਮੋਸਟ ਡੈਫੀਨੇਸ਼ਨਸ ਨੇ, ਬਹੁਤ ਬੜੀਆਂ ਨਹੀਂ, ਮੈਂ ਇੱਕ ਲਾਈਨ ਕਰਕੇ ਲਿਖੀਆਂ ਹੋਈਆਂ ਨੇ। ਪੇਪਰ ਵਿੱਚ ਕੋਈ ਡੈਫੀਨੇਸ਼ਨ ਨਹੀਂ ਆਉਂਦੀ ਹੈਗੀ, ਬਟ ਜਿਹੜੇ ਕਮਰਸ ਵਾਲੇ ਸਟੂਡੈਂਟ ਹੁੰਦੇ ਉਹਨਾਂ ਨੂੰ ਕੁਛ, ਕਿਉਂਕਿ ਉਹਨਾਂ ਨੇ 9th ਕਲਾਸ ਵਿੱਚ ਵੈਕਟਰਸ ਔਰ ਸਕੇਲਰ ਦਾ ਡਿਫਰੈਂਸ ਪੜ੍ਹਿਆ ਹੁੰਦਾ ਹੈਗਾ, ਅਤੇ ਉਹ 9th ਵਾਲਾ ਤਾਂ ਭੁੱਲ ਜਾਂਦਾ ਤੁਹਾਡੇ ਕੋਲ। ਫਿਜ਼ਿਕਸ ਵਾਲੇ ਤਾਂ 11 'ਚ ਪੜ੍ਹ ਕੇ ਆਏ ਆ। ਸੋ ਜਿਹੜਾ ਹੈਗਾ ਤੁਹਾਡੇ ਕੋਲ ਆਪਾਂ ਦੇਖੀਏ ਤੁਹਾਡੇ ਕੋਲ ਕੀ ਕਹਿ ਰਿਹਾ ਹੈ ਤੁਹਾਡੇ ਕੋਲ। ਠੀਕ ਹੈ ਜੀ। ਸੋ ਥੋੜ੍ਹਾ ਜਿਹਾ ਫਾਊਂਡੇਸ਼ਨ ਵਾਲਾ ਕੰਮ ਹੈ। ਪਹਿਲਾਂ ਵੈਕਟਰ ਦੀ ਡੈਫੀਨੇਸ਼ਨ ਹੈ। ਵੈਕਟਰ ਕੋਈ ਵੀ ਫਿਜ਼ੀਕਲ ਕੁਆਂਟਿਟੀ ਹੁੰਦੀ ਹੈ ਜਿਹਦੇ ਵਿੱਚ ਮੈਗਨੀਚਿਊਡ ਵੀ ਹੁੰਦਾ ਹੈ, ਡਾਇਰੈਕਸ਼ਨ ਵੀ ਹੁੰਦੀ ਹੈਗੀ ਹੈ। ਠੀਕ ਹੈ। ਫੋਰ ਐਗਜ਼ਾਮਪਲ ਮੈਂ ਕਹਿ ਬਈ 60 ਕਿਲੋਮੀਟਰ ਪਰ ਆਰ ਨਾਰਥ ਵਿੱਚ, ਨਾਰਥ ਸਾਈਡ ਡਾਇਰੈਕਟਡ ਟੂਅਰਡ ਨਾਰਥ। ਠੀਕ ਹੈ। ਤਾਂ ਇਹਦਾ ਮਤਲਬ ਕੀ ਹੋਇਆ ਵੀ 60 ਕਿਲੋਮੀਟਰ ਨਾਰਥ ਵੱਲ ਜਾਣਾ ਹੈ। ਮੈਗਨੀਚਿਊਡ ਮੈਨੂੰ 60 ਮਿਲ ਗਿਆ, ਨਾਰਥ ਮੈਨੂੰ ਡਾਇਰੈਕਸ਼ਨ ਮਿਲ ਗਈ। ਤਾਂ ਇਹਦਾ ਮਤਲਬ ਇਹ ਵਾਲੀ ਚੀਜ਼ ਜਿਹੜੀ ਮੇਰੀ ਵੈਲੋਸਿਟੀ ਹੋਏਗੀ, ਕਿਉਂਕਿ ਵੈਲੋਸਿਟੀ ਹੀ ਆਪਾਂ ਇਸ ਡਾਇਰੈਕਸ਼ਨ ਨਾਲ ਦਿੰਦੇ ਹਾਂ, ਤਾਂ ਵੈਲੋਸਿਟੀ ਆਪਣੀ ਜਿਹੜੀ ਹੈਗੀ ਆ ਇਹ ਵੈਕਟਰ ਕੁਆਂਟਿਟੀ ਹੋਏਗੀ। ਸਕੇਲਰ ਵਿੱਚ ਸਿਰਫ ਇੱਕ ਨੂਮੈਰੀਕਲ ਵੈਲਿਊ ਹੀ ਹੁੰਦੀ ਹੈ। ਸਕੇਲਰ ਅਸੀਂ ਸਪੀਡ ਲੈ ਲਈ, ਸਪੀਡ ਆਪਾਂ ਕਹਿਤਾ 60 ਕਿਲੋਮੀਟਰ ਪਰ ਆਰ। ਜੇ ਅਸੀਂ 60 ਕਿਲੋਮੀਟਰ ਪਰ ਆਰ ਕਿਹਾ ਹੈ ਤਾਂ ਇਹ ਸਿਰਫ ਸਪੀਡ ਦੀ ਗੱਲ ਹੋ ਰਹੀ ਹੈ। ਅਤੇ ਜੇ ਆਪਾਂ ਨੇ 60 ਕਿਲੋਮੀਟਰ ਪਰ ਆਰ ਨਾਰਥ ਡਾਇਰੈਕਸ਼ਨ ਨਾਲ ਸਪੈਸੀਫਾਈ ਕੀਤਾ ਹੈ ਤੁਹਾਡੇ ਕੋਲ ਹੋ ਜਾਏਗੀ। ਜੇ ਅਸੀਂ ਡਿਸਟੈਂਸ ਕਹਿੰਦੇ ਹਾਂ, ਡਿਸਟੈਂਸ ਦਾ ਮਤਲਬ ਹੈ ਦੂਰੀ, A ਤੋਂ B ਤੋਂ A ਸੇਮ ਹੈਗੀ ਹੈ। ਅਤੇ ਜੇ ਅਸੀਂ ਡਿਸਪਲੇਸਮੈਂਟ ਕਹਿੰਦੇ ਹਾਂ, ਡਿਸਪਲੇਸਮੈਂਟ ਦਾ ਮਤਲਬ ਹੈ ਮਿਨੀਮਮ ਡਿਸਟੈਂਸ, ਸ਼ਾਰਟੈਸਟ ਪੋਸੀਬਲ, ਉਹ 'ਚ ਡਾਇਰੈਕਸ਼ਨ ਅਸੀਂ ਕੰਸੀਡਰ ਕਰਦੇ ਹਾਂ। ਠੀਕ ਹੈ। ਸੋ ਸਮਝ ਆ ਗਈ। ਠੀਕ ਹੈ। ਕੋਈ ਐਗਜ਼ਾਮਪਲ ਨਹੀਂ ਲਿਖਣੀ ਆਣੀ, ਕੋਈ ਕੁਛ ਨਹੀਂ ਆਉਣਾ। ਬੁੱਕ 'ਚ 1.5 ਪੇਜ ਲਿਖਿਆ ਹੋਊਗਾ। ਨਹੀਂ, ਆਪਾਂ ਨੂੰ ਤਾਂ ਮੈਥ ਵਿੱਚ ਨੂਮੈਰੀਕਲ ਕੁਐਸਚਨ ਹੀ ਆਉਂਦਾ। ਫਿਜ਼ਿਕਸ ਵਿੱਚ ਜੋ ਮਰਜ਼ੀ ਪੁੱਛਣ, ਕਨਸੈਪਚੁਅਲ 'ਚ ਪੁੱਛਣ, ਕੁਛ ਪੁੱਛਣ, ਸਾਨੂੰ ਤਾਂ ਨੂਮੈਰੀਕਲ ਕੁਐਸਚਨ ਆਉਣਾ ਵੀ ਜਾਂ ਸਕੇਲਰ ਪ੍ਰੋਡਕਟ 'ਚੋਂ ਹੈ ਜਾਂ ਵੈਕਟਰ ਪ੍ਰੋਡਕਟ ਵਿੱਚੋਂ ਹੈ। ਬਟ ਕਿਉਂਕਿ ਜੋ ਬੁੱਕ ਵਿੱਚ ਦਿੱਤਾ ਹੁੰਦਾ ਇੱਕ ਕਸਟਮ ਹੁੰਦੀ ਹੈ ਕਿ ਸਾਰੇ ਪੇਜ ਆਪਾਂ ਕਰਕੇ ਚੱਲੀਏ ਜਾਂ ਸਾਰੀਆਂ ਚੀਜ਼ਾਂ ਕਰਕੇ ਚੱਲੀਏ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਜ਼ੀਰੋ ਵੈਕਟਰ। ਠੀਕ ਹੈ ਜੀ। ਅਤੇ ਇਹਦਾ ਜ਼ੀਰੋ ਵੈਕਟਰ ਦਾ ਮਤਲਬ ਹੈ ਕਿ ਜ਼ੀਰੋ ਮੈਗਨੀਚਿਊਡ ਹੈ, ਮੈਗਨੀਚਿਊਡ ਉਸਦਾ ਹੈ ਹੀ ਨਹੀਂ, ਅਤੇ ਕੋਈ ਸਪੈਸੀਫਿਕ ਡਾਇਰੈਕਸ਼ਨ ਨਹੀਂ ਹੈਗੀ ਤੁਹਾਡੇ ਕੋਲ। ਠੀਕ ਹੈ ਜੀ। ਮਤਲਬ ਨਾ ਉਹਦੀ ਕੋਈ ਸਪੈਸੀਫਿਕ ਡਾਇਰੈਕਸ਼ਨ ਹੈ ਅਤੇ ਨਾ ਤੁਹਾਡੇ ਕੋਲ, ਅਤੇ ਉਹ ਅਸੀਂ ਜ਼ੀਰੋ ਵੈਕਟਰ ਕਹਿੰਦੇ ਹਾਂ। ਜਾਂ ਦੂਜੀ ਆਪਸ਼ਨ ਵੈਕਟਰ ਹੁਜ਼ ਇਨੀਸ਼ੀਅਲ ਐਂਡ ਫਾਈਨਲ ਪੁਆਇੰਟ ਆਰ ਕੋਇਨਸੀਡੈਂਟ। ਮਤਲਬ ਮੰਨ ਲਓ ਮੈਂ ਇੱਥੇ O ਲਿਖਿਆ, ਇੱਥੇ A ਲਿਖਿਆ। ਸੋ ਉਹ A ਤੁਹਾਨੂੰ ਨਜ਼ਰ ਆ ਰਿਹਾ ਇੱਕ ਵੈਕਟਰ ਹੈ, O ਤੋਂ A ਤੱਕ ਦੀ ਦੂਰੀ ਦੇ ਰਿਹਾ। ਪਰ ਜੇ ਮੈਂ O ਹੀ ਲਿਖਦਾ, ਇਨੀਸ਼ੀਅਲ ਅਤੇ ਫਾਈਨਲ ਸੇਮ ਕਰਦਾ, ਫਿਰ ਦੂਰੀ ਤਾਂ ਤੈਅ ਹੀ ਨਹੀਂ ਹੋਈ ਨਾ। ਇਨੀਸ਼ੀਅਲ ਅਤੇ ਫਾਈਨਲ ਪੁਆਇੰਟਸ ਆਰ ਕੋਇਨਸੀਡੈਂਟ। तो अगर ये कोइंसिडेंट हो गए माने ओ तो ये तो की है, इनीशिएट किया जीरो तो ओ तो ओरिजिन तो खत्म भी ओरिजिन तो हो गया। यदा मतलब मेला मुक गया तुहाडे कोल जिहड़ा हैगा। सो ये वाली चीज़ जिहड़ी हैगी है तुहाडे कोल। ठीक है। सो जिहड़ा है इनीशियल एंड फाइनल आर कोइंसिडेंट। ठीक हो गया जी। तो लो जी, अगे आ गया तुहाडे कोल यूनिट वैक्टर की डेफिनेशन। ठीक है। सो वैक्टर पता लग गया, मैगनीच्यूड डायरैक्शन, स्केलर कल्ली न्यूमैरिकल वैल्यू, जीरो वैक्टर च जीरो मैगनीच्यूड एंड जीरो डायरैक्शन नहीं कहते होंगे। ठीक है। जीरो मैगनीच्यूड एंड एनी जी डायरैक्शन कोई भी तुहाडे पास स्पैसीफाई नहीं, नॉट स्पैसीफिक डायरैक्शन। तो ए वैक्टर हैविंग इनीशियल फाइनल पॉइंट आर कोइंसिडेंट, दैन उन्होंने भी आप कहने। यूनिट वैक्टर, वैक्टर डिवाइडेड बाय इट्स मैगनीच्यूड, कोई भी वैक्टर वो मैगनीच्यूड ना डिवाइड कर दिए। दूसरी चीज़ जिहड़ा यूनिट वैक्टर का मॉड हुंदा वो ऑलवेज 1 लैके देख लो। ਜਦੋਂ ਤੁਸੀਂ ਮੋਡ ਲਓਗੇ ਤਾਂ ਉੱਤੇ A ਦਾ ਮੋਡ ਆ ਜਾਏਗਾ। ਡਬਲ ਮੋਡ ਕੁਛ ਨਹੀਂ ਹੁੰਦਾ, ਐਬਸੋਲੂਟ ਵੈਲਿਊ ਐਬਸੋਲੂਟ ਹੀ ਹੁੰਦੀ ਹੈ, ਤਾਂ ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ, ਇਹ ਪਹਿਲੀ ਪੇਜ ਸੀਗਾ ਬੇਸਿਕਸ ਦਾ। ਠੀਕ ਹੈ ਜੀ। ਹੁਣ ਆਪਾਂ ਆ ਗਏ ਦੂਜੇ ਪੇਜ ਦੇ ਉੱਤੇ, ਬੇਸਿਕਸ ਦੇ ਉੱਤੇ। तो ये आ गया तुहाडे कोल को इनीशियल मैंने होंगे सेम इनीशिएशन पॉइंट, मतलब हुण CA है, C तो शुरू होया, CB है, C तो शुरू होया, तो ये कॉमन इनीशियल पॉइंट हो गया तुहाडे कोल। तो इनू असी सेम इनीशियल पॉइंट तो सानू किते नहीं लिखना आना, बट इसका यूज़ बहुत है, इसका यूज़ है, इसकी एप्लीकेशन है। ठीक है। वो किद्दां है, हुण मेरी गल ध्यान नाल सुनना। जदों असी दो लाइनस दे विच एंगल लेना है, दो वैक्टर्स दे विच, लाइन तो डायरैक्शन ही ना हुंदी, जदों असी दो वैक्टर्स दे विच डायरैक्शन लैनी है तो असी ये अपने आप नूं तुहाडे पास एनश्योर करना है कि वो दोनों वैक्टर को इनीशियल होण। मतलब एंगल हमेशा जिहड़ा हुंदा ना, एंगल वो ऑलवेज बिटवीन
ਕੋ ਇਨੀਸ਼ੀਅਲ ਵੈਕਟਰਸ ਦੇ ਤੁਸੀਂ ਲੈਣਾ ਹੈ। ਫੋਰ ਐਗਜ਼ਾਮਪਲ ਆਪਾਂ ਨੀਚੇ ਡਾਇਗਰਾਮ ਬਣਾਈ, ਇਹ ਇੱਥੋਂ ਗਿਆ ਤਾਂ ਤੁਸੀਂ CA ਅਤੇ CB ਵਿੱਚ ਥੀਟਾ ਐਂਗਲ ਕਹਿ ਸਕਦੇ ਹੋ। ਠੀਕ ਹੈ ਜੀ, ਪਰ ਇਹ ਵਾਲਾ ਨਹੀਂ ਤੁਸੀਂ ਕਹਿ ਸਕਦੇ CA। ਹੁਣ ਆ ਵੀ CAE ਸੀ, ਹੁਣ ਇਹਦੀ ਡਾਇਰੈਕਸ਼ਨ ਇੱਧਰ ਨੂੰ ਆ ਰਹੀ ਹੈ। ਠੀਕ ਹੈ, ਤੁਸੀਂ ਉੱਥੇ ਦੇਖੋ ਇਹ ਪੁਆਇੰਟ ਸੀ ਉੱਪਰ ਨੂੰ ਜਾ ਰਿਹਾ ਸੀ, ਹੁਣ ਇਹ ਨੀਚੇ ਨੂੰ ਆਉਣ ਲੱਗ ਗਈ। ਤਾਂ ਜਿਹੜੀ ਨੀਚੇ ਨੂੰ ਆਉਣ ਲੱਗ ਗਈ, ਆ C ਪੁਆਇੰਟ 'ਤੇ ਕਿਹੜੇ ਕੋ ਇਨੀਸ਼ੀਅਲ ਵੈਕਟਰ ਬਣਦੇ ਨੇ? ਇੱਕ ਐ ਨੂੰ ਜਾਂਦਾ ਬਣਦਾ, ਇੱਕ ਐ ਨੂੰ ਜਾਂਦਾ ਬਣਦਾ। ਇਹਦਾ ਮਤਲਬ 180 ਡਿਗਰੀ -C ਆਹ ਵਾਲਾ ਐਂਗਲ ਹੋਊਗਾ ਤੁਹਾਡੇ ਕੋਲ। ਸੋ ਇਹਦਾ ਮਤਲਬ ਤੁਹਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ। ਅਤੇ ਜੇ ਮੰਨ ਲਓ ਮੈਂ ਆਹ ਲੈ ਲੈਂਦਾ ਵਾ, ਹੁਣ ਤੁਸੀਂ ਕੀ ਦੇਖੋਗੇ ਉਰੇ, ਇਹਦੇ ਵਿੱਚ ਕਿਆ ਇਹ ਐਂਗਲ B ਹੋਏਗਾ? ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ ਤੁਹਾਡੇ ਕੋਲ? ਕਿਉਂਕਿ ਤੁਹਾਡੇ ਵੈਕਟਰ ਦੀ ਡਾਇਰੈਕਸ਼ਨ ਇੱਧਰ ਹੈ, ਤੁਹਾਡਾ ਤਾਂ ਇੱਧਰ ਜਾ ਰਿਹਾ, ਇਹਦੀ ਡਾਇਰੈਕਸ਼ਨ ਉੱਥੇ ਹੈ। B 'ਤੇ ਜਾ ਕੇ ਤੁਸੀਂ ਕੋ ਇਨੀਸ਼ੀਅਲ ਕਰਨਾ, B 'ਤੇ ਜਾ ਕੇ ਇਹਨਾਂ ਨੇ ਐ ਮੂੰਹ ਖੋਲ੍ਹ ਲਿਆ ਆਪਣਾ, ਮਤਲਬ ਤੁਸੀਂ ਇੱਦਾਂ ਮੂੰਹ ਖੋਲ੍ਹ ਲਿਆ ਆਪਣਾ, ਤਾਂ ਜਿੱਥੇ ਤੁਸੀਂ ਮੂੰਹ ਖੋਲ੍ਹਣਾ ਇਨੀਸ਼ੀਅਲ ਦੇ, ਉਹਦੇ ਬਾਹਰ ਵਾਲਾ ਐਂਗਲ ਤੁਹਾਨੂੰ ਮਿਲਣਾ। ਤਾਂ ਇਹਦਾ ਮਤਲਬ ਤੁਹਾਨੂੰ ਜਿਹੜਾ ਐਂਗਲ ਮਿਲੂਗਾ ਉਹ ਪਾਈ -B ਮਿਲੂਗਾ। ਇਸ ਚੀਜ਼ ਦਾ ਖਿਆਲ ਰੱਖਣਾ। ਤਾਂ ਮੇਰਾ ਕੋ ਇਨੀਸ਼ੀਅਲ ਦੀ ਡੈਫੀਨੇਸ਼ਨ ਕੁਛ ਨਹੀਂ, ਹੈਵਿੰਗ ਸੇਮ ਇਨੀਸ਼ੀਅਲ ਪੁਆਇੰਟ, ਇੱਕੋ ਪੁਆਇੰਟ ਤੋਂ ਸ਼ੁਰੂ ਹੋਣ ਵਾਲੇ ਵੈਕਟਰ ਨੂੰ ਕੋ ਇਨੀਸ਼ੀਅਲ ਵੈਕਟਰ ਕਹਿੰਦੇ ਨੇ। ਪਰ ਮੇਰਾ ਪਰਪਸ ਉਹਦੀ ਐਪਲੀਕੇਸ਼ਨ ਨਾਲ ਹੈਗਾ। ਜੇ ਉਹਦੀ ਐਪਲੀਕੇਸ਼ਨ ਤੁਹਾਨੂੰ ਨਾ ਆਈ ਫਿਰ ਗੜਬੜ ਹੋ ਜਾਣੀ ਹੈ। ਤਾਂ ਇਸ ਕਰਕੇ ਆਪਾਂ ਨੇ ਖਿਆਲ ਰੱਖਣਾ ਹੈ। ਐਪਲੀਕੇਸ਼ਨ ਦੇ ਲਈ ਆਪਾਂ ਨੇ ਕਿਆ ਕਰਨਾ ਹੈ, ਤੁਹਾਡੇ ਕੋਲ ਆਪਾਂ ਨੇ B 'ਤੇ ਦੇਖਣਾ ਹੈ ਵੀ ਉਹ ਕੋ ਇਨੀਸ਼ੀਅਲ B ਤੋਂ ਮੂੰਹ ਖੋਲ੍ਹਦੇ ਤਾਂ ਆਹ ਵਾਲਾ ਐਂਗਲ ਬਣੂਗਾ ਬਿਟਵੀਨ BA ਐਂਡ ਜੋ ਵੀ ਹੈਗਾ ਤੁਹਾਡੇ ਕੋਲ। ਆਹ ਕਹਿ ਲਓ, ਚਾਹੇ CB ਐਂਡ AB ਕਹਿ ਲਓ, ਬਣਨਾ ਅੱਗੇ ਜਾ ਕੇ ਇਹ ਐਂਗਲ, ਇਹ ਕੋਈ ਦਿੱਕਤ ਨਹੀਂ ਗੀ ਤੁਹਾਡੇ ਕੋਲ। ਸੋ ਡਾਇਰੈਕਸ਼ਨਾਂ ਜਿਵੇਂ ਮਰਜ਼ੀ ਕਰੀ ਚੱਲੋ, ਪਰ ਕੋ ਇਨੀਸ਼ੀਅਲ। ਅਤੇ ਉਸ ਤੋਂ ਬਾਅਦ ਨਾ ਕੋਪਲੇਨਰ ਹੁੰਦਾ ਸੇਮ ਪਲੇਨ ਦੇ ਵੈਕਟਰ। ਹੁਣ ਇੱਕ ਚੀਜ਼ ਦਾ ਖਿਆਲ ਰੱਖਣਾ, ਜੇ ਤੁਸੀਂ ਸੇਮ ਪਲੇਨ 'ਚੋਂ, ਮੰਨ ਲਓ ਮੇਰਾ ਬਲੈਕ ਬੋਰਡ ਹੈ, ਮੈਂ ਇਹ 'ਤੇ ਦੋ ਚੀਜ਼ਾਂ ਬਣਾਈਆਂ, ਜਾਂ ਤਾਂ ਪੈਰਲਲ ਹੀ ਹੋਣਗੀਆਂ ਤੁਹਾਡੇ ਕੋਲ, ਕਿਉਂਕਿ ਆਪਾਂ ਸਪੈਸੀਫਿਕਲੀ ਜਦੋਂ ਸਟ੍ਰੇਟ ਲਾਈਨ ਪੜ੍ਹਾਂਗੇ ਤਾਂ ਵੈਕਟਰ ਸਟ੍ਰੇਟ ਲਾਈਨ ਤਾਂ ਜਿਹੜਾ ਹੈਗਾ ਤੁਹਾਡੇ ਕੋਲ ਇੱਕੋ ਪਲੇਨ ਦੇ ਵਿੱਚ ਜਦੋਂ ਆਪਾਂ ਦੇਖਾਂਗੇ, ਜਾਂ ਤਾਂ ਤੁਹਾਨੂੰ ਵੈਕਟਰਸ ਪੈਰਲਲ ਮਿਲਣਗੇ ਜਾਂ ਇੰਟਰਸੈਕਟਿੰਗ, ਹੋਰ ਕੋਈ ਪੋਸੀਬਿਲਿਟੀ ਨਹੀਂ ਹੈ। ਜਾਂ ਵੈਕਟਰ ਨਾਲ ਮੈਂ ਇਨ ਪਾਰਟੀਕੂਲਰ ਲਾਈਨਸ ਦੀ ਗੱਲ ਕਰ ਲਾਂ, ਤੁਹਾਡੇ ਕੋਲ ਜਿਹੜੀਆਂ ਲਾਈਨਸ ਮੈਨੂੰ ਮਿਲਣਗੀਆਂ ਜਾਂ ਤਾਂ ਪੈਰਲਲ ਜਾਂ ਇੰਟਰਸੈਕਟਿੰਗ। ਸੋ ਕੋਪਲੇਨਰ ਦਾ ਮਤਲਬ ਹੈ ਇਨ ਦਾ ਸੇਮ ਪਲੇਨ। ਸੋ ਸੇਮ ਪਲੇਨ ਦੇ ਵਿੱਚ ਆਪਾਂ ਨੂੰ ਦੋ ਤਰ੍ਹਾਂ ਦੀਆਂ ਚੀਜ਼ਾਂ ਹੀ ਮਿਲਣਗੀਆਂ। ਸੋ ਜਦੋਂ ਆਪਾਂ ਵੈਕਟਰਸ ਨੂੰ ਕੋਪਲੇਨਰ ਸ਼ੋ ਕਰਾਂਗੇ ਤਾਂ ਉੱਥੋਂ ਆਪਾਂ ਇਹ ਚੀਜ਼ ਚੈੱਕ ਕਰ ਲਾਂਗੇ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਸੋ ਇਹ ਚੀਜ਼ ਸਾਨੂੰ ਸਮਝ ਆ ਗਈ ਜੀ ਬੜੇ ਠੀਕ ਠਾਕ ਢੰਗ ਨਾਲ ਤੁਹਾਡੇ ਕੋਲ। ਤਾਂ ਇਹ ਵਾਲੀ ਚੀਜ਼ ਦਾ ਬਹੁਤ ਜ਼ਿਆਦਾ ਯੂਜ਼ ਸੀਗਾ। ਅਤੇ ਦੇਖੋ, ਜਦੋਂ ਮੈਂ ਤੁਹਾਨੂੰ ਐਪਲੀਕੇਸ਼ਨ ਕਰਵਾਊਂਗਾ ਉਦੋਂ ਤਾਂ ਮੈਂ ਦੁਬਾਰਾ ਦੱਸੂੰਗਾ, ਪਰ ਜੇ ਇੱਥੇ ਹੀ ਸਮਝ ਆ ਜਾਏ ਤਾਂ ਬਹੁਤ ਵਧੀਆ ਹੋ ਜਾਂਦਾ। ਠੀਕ ਹੈ ਜੀ। ਸੋ ਆਪਾਂ ਆਗੇ ਪੇਜ ਦੇ ਉੱਤੇ ਤੁਹਾਡੇ ਪਾਸ ਉਸ ਤੋਂ ਬਾਅਦ ਟਰਮੀਨਲ ਪੁਆਇੰਟ ਹੁੰਦਾ ਜਿੱਥੇ ਤੁਸੀਂ ਐਂਡ ਕਰ ਜਾਂਦੇ ਹੋ। ਇਨੀਸ਼ੀਏਟਿੰਗ ਪੁਆਇੰਟ ਹੁੰਦਾ ਜਿੱਥੋਂ ਤੁਸੀਂ ਸ਼ੁਰੂ ਕਰਦੇ ਹੋ। ਸੋ D ਤੋਂ ਜੇ ਆਪਾਂ ਕਹੀਏ ਤੁਹਾਡੇ ਪਾਸ, ਠੀਕ ਹੈ, ਅਤੇ ਇੱਥੇ G ਪਾ ਦਾਂ। ਠੀਕ ਹੈ, ਹੁਣ GC ਕਿੱਥੇ ਜਾ ਕੇ ਮੁੱਕਿਆ? C 'ਤੇ। DC ਕਿੱਥੇ ਜਾ ਕੇ ਮੁੱਕਿਆ? C 'ਤੇ। ਸੋ ਇਹਦਾ ਮਤਲਬ ਇਹਨਾਂ ਨੂੰ ਅਸੀਂ ਟਰਮੀਨੇਟਿੰਗ ਪੁਆਇੰਟ ਸੇਮ ਹੋਣ ਨਾਲ ਕੋਟਰਮੀਨਸ ਕਹਿ ਦਿੰਦੇ ਹਾਂ ਤੁਹਾਡੇ ਕੋਲ। ਠੀਕ ਹੈ ਜੀ। ਸੇਮ ਵੈਕਟਰ ਦੀ ਸੈਂਸ ਸੇਮ ਹੁੰਦੀ ਹੈ, ਵੀ ਪਹਿਲਾ ਵੀ ਇਹੀ ਹੈ, ਦੂਸਰਾ ਵੀ ਉਹਦੇ ਉੱਤੇ ਹੀ ਚੱਲ ਰਿਹਾ ਸੇਮ ਸੈਂਸ ਵਿੱਚ। ਲਾਈਕ ਵੈਕਟਰਸ ਕਹਿ ਦਿੰਦੇ ਇਹਨਾਂ ਨੂੰ। ਲਾਈਕ ਪੈਰਲਲ ਨੀਚੇ ਵੀ ਹੋ ਸਕਦਾ, ਇਨੀਸ਼ੀਅਲ ਉਹਦੇ ਉੱਤੇ ਵੀ ਹੋ ਸਕਦਾ ਤੁਹਾਡੇ ਕੋਲ। ਅਨਲਾਈਕ ਪੈਰਲਲ ਜਿਹੜੇ ਹੈ ਉਹ ਅਪੋਜ਼ਿਟ ਸੈਂਸ 'ਚ, ਜੇ ਇੱਕ ਐਂ ਗਿਆ ਤਾਂ ਦੂਜਾ ਐਂ ਹੋਏਗਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਲਾਈਕ ਪੈਰਲਲ ਔਰ ਅਨਲਾਈਕ ਪੈਰਲਲ ਵੀ ਸਾਨੂੰ ਪਤਾ ਲਾ ਕੇ, ਠੀਕ ਹੈ, ਤੁਸੀਂ ਕਹੋਗੇ ਲਿਖਣੀ ਆਣੀ ਹੈ ਨੈਕਸਟ ਟੂ ਇੰਪੋਸੀਬਲ ਹੈ, ਪਰ ਜੇ ਇੱਕ ਸਟੇਟਮੈਂਟ ਦਿੱਤੀ ਹੋਵੇ ਤੁਹਾਡੇ ਕੋਲ ਦੀਜ਼ ਆਰ ਲਾਈਕ ਵੈਕਟਰਸ, ਤਾਂ ਤੁਹਾਨੂੰ ਐਂ ਤਾਂ ਪਤਾ ਹੋਵੇ ਸਟੇਟਮੈਂਟ 'ਚ ਲਾਈਕ ਵੈਕਟਰ ਲੈਣਾ ਕਿੱਧਰ ਨੂੰ ਹੈ। ਬਸ ਸਿਰਫ ਇੰਨੀ ਇੱਕ ਚੀਜ਼ ਹੈ, ਦੀਜ਼ ਆਰ ਕੋ ਟਰਮੀਨਸ ਐਜਿਸ, ਤੁਹਾਨੂੰ ਪਤਾ ਤਾਂ ਹੋਵੇ ਟਰਮੀਨੇਟ ਕਿਤੇ ਪੁਆਇੰਟ 'ਤੇ ਜਾ ਕੇ ਹੁੰਦੀਆਂ ਨੇ। ਬਸ ਇਹ ਚੀਜ਼ ਜ਼ਰੂਰੀ ਹੈਗੀ ਹੈ, ਤੁਸੀਂ ਕੋ ਪੇਪਰ 'ਚ ਲਿਖਣੀ ਆਉਂਦੀ ਹੈ, ਫਿਜ਼ਿਕਸ ਵਿੱਚ ਭਾਵੇਂ ਆਈ ਜਾਵੇ, ਮੈਥ ਵਿੱਚ ਕੁਛ ਨਹੀਂ ਆਉਂਦਾ ਇੱਦਾਂ ਦਾ ਲਿਖਣਾ। ਸੋ ਇਸ ਚੀਜ਼ ਦਾ ਜਿਹੜਾ ਹੈਗਾ ਖਿਆਲ ਰੱਖਣਾ ਤੁਹਾਡੇ ਪਾਸ। ਉਹ ਤੋਂ ਬਾਅਦ ਅਗਲਾ ਹੈਗਾ ਟਰਾਇੰਗਲ ਲਾ ਆਫ ਵੈਕਟਰਸ। ਅਗਲਾ ਜਿਹੜਾ ਹੈਗਾ ਤੁਹਾਡੇ ਕੋਲ ਟਰਾਇੰਗਲ ਲਾ ਆਫ ਵੈਕਟਰਸ। ਸੋ ਜਿਹੜਾ ਤੁਹਾਡਾ ਟਰਾਇੰਗਲ ਲਾ ਆਫ ਵੈਕਟਰਸ ਹੁੰਦਾ ਹੈਗਾ ਤੁਹਾਡੇ ਕੋਲ, ਉਹਦੇ ਵਿੱਚ ਕੀ ਹੈਗਾ ਤੁਹਾਡੇ ਕੋਲ ਕਿ ਅਗਰ ਦੋ ਸਾਈਡਾਂ ਆਪਾਂ ਟਰਾਇੰਗਲ ਦੀਆਂ ਰਿਪਰਜੈਂਟ ਕਰ ਰਹੇ ਹਾਂ ਦੋ ਵੈਕਟਰਸ ਦੇ ਨਾਲ, ਤੀਜਾ ਟੇਕਨ ਇਨ ਅਪੋਜ਼ਿਟ ਰਿਜ਼ਲਟੈਂਟ ਹੋਏਗਾ। ਮੀਨਸ ਅਗਰ ਮੈਂ ਇੱਕ ਆ ਲੈ ਲਈ ਤਾਂ ਤੀਜਾ ਉਹਦੀ ਇਹ ਇਸ ਤਰਫ ਜਾ ਰਹੀ, ਇਸ ਤਰਫ, ਤੀਜੇ ਦੀ ਨਾਰਮਲ ਡਾਇਰੈਕਸ਼ਨ ਤਾਂ ਇਸ ਤਰ੍ਹਾਂ ਹੈ, ਪਰ ਆਪਾਂ ਅਪੋਜ਼ਿਟ ਲੈਣੀ ਹੈ। ਤਾਂ OA ਇੱਕ
ओ ए बी दो ਇਹਦਾ ਜਿਹੜਾ ਜੋੜ ਕੇ ਬਣਨਾ ਉਹ ओ बी ਬਣਨਾ ਟੇਕਨ ਇਨ ਅਪੋਜ਼ਿਟ। ਸੋ ਰਿਜ਼ਲਟੈਂਟ ਦਾ ਮਤਲਬ ਕੀ ਹੁੰਦਾ? ਰਿਜ਼ਲਟੈਂਟ ਦਾ ਮਤਲਬ ਇਹਦਾ ਤੇ ਇਹਦਾ ਕੰਬਾਈਨਡ ਇਫੈਕਟ ਜਿਹਨੇ ਦੇਣਾ ਹੈ। ਸੋ ਕੰਬਾਈਨਡ ਇਫੈਕਟ ਕਿਹਨੇ ਦੇਣਾ ਹੈ? ओ ए ਆਪਾਂ ਇਸ ਤਰਫ ਲਿਆ, ए बी ਆਪਾਂ ਇਸ ਤਰਫ ਲਿਆ, ਠੀਕ ਹੈ। ओ ए ਤੇ ए बी तो ਕੰਬਾਈਨਡ ਇਫੈਕਟ ਕਿਹਨੇ ਦੇਣਾ ਹੈਗਾ? ओ बी ਨੇ। ਸੋ ਦੋ ਸਾਈਡਾਂ ਸੇਮ ਡਾਇਰੈਕਸ਼ਨ 'ਚ ਲੈਣੀਆਂ ਨੇ, ਤੀਜੀ ਟੇਕਨ ਇਨ ਅਪੋਜ਼ਿਟ ਡਾਇਰੈਕਸ਼ਨ 'ਚ ਲੈਣੀ ਹੈਗੀ ਹੈ ਤੁਹਾਡੇ ਕੋਲ। ਤਾਂ ਉਹ ਸਾਡਾ ਜਿਹੜਾ ਹੈਗਾ ਤੁਹਾਡੇ ਕੋਲ ਉਹ ਬਣ ਜਾਂਦਾ ਹੈਗਾ, ਤਾਂ ਉਸ ਨੂੰ ਆਪਾਂ ਜਿਹੜਾ ਕਹਿੰਦੇ ਆ ਤੁਹਾਡੇ ਕੋਲ ट्रायंगल ला। और जे नहीं समझ आता बिल्कुल टेंशन नहीं लैनी हैगी, जिथों शुरू करते हो आ टैली होने चाहिए, बचा होया उधर होना चाहिए। बस तरीका तो यही है, आ सीधा तीजा अपोजिट। पर जे ना पता लगे आ देखो जिथे खत्म उतों शुरू बचा होया आंसर। ए तो भी बी तो सी, ए तो सी ट्रांजिटिविटी है, ठीक है जी। सो ये वाली चीज़ जी हैगी है ट्रायंगल ला ऑफ वैक्टर्स, ये मैं काफ़ी यूज़ करना है। सो ये मैं स्टार पा देना वा कि ये एप्लीकेशन बहुत है, ठीक है। और तुसी बिल्कुल टेंशन नहीं लैनी कि फिजिक्स वाला की कहता उरों शुरू उरे खत्म, बस बची हुई चीज़ तो आंसर ये वाली चीज़ तुसी कर लेनी हैगी तो तुहाडा जिहड़ा हैगा क्वेश्चन आराम दे नाल हो जाना, ठीक है। सम प्रॉपर्टीज़ सिर्फ याद रखना कि वैक्टर का एडिशन कमूटेटिव होंदा है, मतलब ए च बी जोड़ो, बी च ए जोड़ो, कोई फर्क नहीं पैना। एसोसीएटिव होंदा बी ते सी पहला जोड़ लो, चाहे ए ते बी विच सी जोड़ लो, मुड़ के कोई असर नहीं पैना हैगा तुहाडे कोल। ये चीज़ का भी आपां ने ख्याल रखना है। सो जिहड़ा हैगा ये वैक्टर्स जिहड़े हैगे ने तुहाडे कोल ये एसोसीएटिविटी होल्ड करते हैं, ठीक है जी। सो चलिए जी अगे तुहाडे कोल उस तो बाद अगे यूनिट वैक्टर की डेफिनेशन आ गई, शायद मैं पिछे भी लिखती सी। वैक्टर डिवाइडेड बाय इट्स मैगनीट्यूड है तुहाडे कोल यूनिट वैक्टर है। यूनिट वैक्टर का मैगनीट्यूड 1 होंदा, वो आपां पिछे तुहानूं लैके भी दिखा देता, ठीक है भी। डबल तो आना नहीं हेठां, सो ये कैंसल होकर 1 आ जाएगा, तो यूनिट वैक्टर भी हो गया। अगे एक छोटा जिहा क्वेश्चन लिखा है, NCERT का क्वेश्चन है ये, कहता लैमडा एक रियल नंबर है तो अपवैल, तो जदों थोड़ा मॉड के अंदर स्केलर आ जाए तो स्केलर नूं मॉड समेत बाहर कढ़ लईदा है। सो ये वाली चीज़ आ गई जी तुहाडे कोल। तो जिहड़ी मॉड आ गई स्केलर की वो नीचे ए दे मॉडुलस के बराबर आ गई। अगर तुसी मॉड हटाना होवे तो प्लस माइनस लग जाता है, तुहानूं पता है। सो एक्स मॉड इज इक्वल टू एल होवे तो एक्स की वैल्यू प्लस माइनस एल हो जाती हैगी। सो ये तुहाडा जिहड़ा हैगा ये क्वेश्चन बन गया, ठीक है जी। सो इदां दा क्वेश्चन अगर आ जाए स्केलर बाहर कट लेना, बाकी तुहाडा क्वेश्चन हो जाएगा, ठीक है जी। हुण अगे तुहानूं की कह रहा हैगा तुहाडे पास, वो कह रहा कहंदा इदां दा क्वेश्चन पेपर च आ जांदा, शायद शॉर्ट क्वेश्चन च आया भी होया। इज़ इट पॉसीबल दैट ए प्लस बी जिहड़ा हैगा तुहाडे कोल इसदा मॉड इज इक्वल टू ए मॉड प्लस बी मॉड तुहाडे कोल जिहड़ा हैगा इफ यस, ठीक है। अगर यस तो कदों की हालात ने? देखो सिंपल जी गल है, अगर मैं एक ट्रायंगल बनाना ये मैं ओ ए ले लेना, ओ मैं बी ले लेना, ए बी, ठीक है जी, उन्होंने मैं बी ले लेना, तो तीसरा मेरा ए प्लस बी, ये तो मेरी वो होएगी वैक्टर ट्रायंगल ला है ना। तो जो ट्रायंगल ला दे विच मैं वैसे देखा बी का मैगनीट्यूड कली एक साइड का मैगनीट्यूड दो दे मैगनीट्यूड तो हमेशा छोटा होंदा, ठीक है। मतलब ये 6वीं भी लिखा होया बई ट्रायंगल इनइक्वालिटी किनू कहते, दो साइडां दा जोड़ तीजी नालों हमेशा वड्डा हुंदा। तो यदा मतलब इत्थे इक्वल की पॉसिबिलिटी ही तो पूछ रहा कदों लगेगी। सो दसदा जी मैं कदों लगेगी। सो ए बी इहदा आ गया ए प्लस बी, सो ट्रायंगल इनइक्वालिटी, ठीक है जी। सो ये हो गया। हुण अगर ओ ए बी कोलीनियर आ जान, अगर ओ ए ते बी कोलीनियर इक्को लाइन च आ जान, फिर तो कुछ नहीं होना है। ओ ए आ हो जाऊगा, ए बी आ हो जाऊगा, ए प्लस बी आ सारा हो जाऊगा, तो फिर इहदा जोड़ जोड़ूंगा तो इहदा जोड़ जोड़ूंगा तो इहदा जोड़ आ जाऊगा, ठीक है ना। सो यदा मतलब एक ही पॉसिबिलिटी च बराबर हो सकदियां ने। जे थोनों ने पूछे कहता ए बराबर ई, कहता इज़ दिस पॉसिबल कि आ बराबर आ जाए, यस ओनली वन कंडीशन की कंडीशन है थोड़ी वैन ओ आ सारा एक्सप्लेन कर देना चाहिए, ओ ए बी आर कोलीनियर, या उत्थे क्या होवे तुसी
3 ਵੈਕਟਰਸ ਦਾ ਤੁਸੀਂ ਕਹਿ ਦੇਣਾ ਕਿ ओ A B ਅਗਰ ਕੋਲੀਨੀਅਰ ਹੋਣਗੇ ਇੱਕੋ ਲਾਈਨ 'ਚ ਦੈਨ ਆਹ ਵਾਲੀ ਪੋਸੀਬਿਲਿਟੀ ਹੈ। ਸੋ ਇਸ ਨੂੰ ਆਪਾਂ ਨੇ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਹ ਚੀਜ਼ ਮੇਰੀ ਹੋ ਗਈ ਜੀ ਤੁਹਾਡੇ ਕੋਲ। ਇਹ ਵੀ ਇੱਕ ਟ੍ਰਾਇੰਗਲ ਲਾ ਦੀ ਐਪਲੀਕੇਸ਼ਨ ਸੀਗੀ ਤੁਹਾਡੇ ਕੋਲ, ਠੀਕ ਹੈ ਜੀ। ਸੋ ਮੇਰਾ ਇੱਕ ਕੁਐਸਚਨ ਹੈ ਜੀ ਤੁਹਾਡੇ ਕੋਲ, ਇਹ ਵੀ ਟ੍ਰਾਇੰਗਲ ਲਾ ਦੀ ਐਪਲੀਕੇਸ਼ਨ ਹੈ, ਹਾਲਾਂਕਿ ਇਹ ਨਹੀਂ ਆਇਆ ਹੋਇਆ ਕਦੇ, ਬਸ ਸਿਰਫ ਤੁਹਾਨੂੰ ਇਹ ਹੈ ਕਿ ਤੁਹਾਨੂੰ ਇੱਕ ਯੂਜ਼ ਕਰਨਾ ਆ ਜੇ। ਦੇਖੋ ਮੈਂ ਦੁਬਾਰਾ ਕਹਿ ਰਿਹਾ, ਜੋ ਤੁਹਾਨੂੰ ਆਉਣਾ ਹੈ ਉਹਨੂੰ ਅਸੀਂ ਸਕੇਲਰ ਪ੍ਰੋਡਕਟ ਆਫ ਵੈਕਟਰਸ ਕਹਿੰਦੇ ਆ, ਅਤੇ ਉਹ ਸਕੇਲਰ ਪ੍ਰੋਡਕਟ ਹੀ ਲਾਜ਼ਮੀ ਪੇਪਰ 'ਚ ਆਉਣੀ ਹੈ ਜਾਂ ਵੈਕਟਰ ਪ੍ਰੋਡਕਟ। ਬੇਸਿਕਸ ਦੇ ਵਿੱਚੋਂ ਨਹੀਂ ਪੁੱਛਿਆ ਜਾਂਦਾ, ਬਟ ਜਿਹੜਾ ਹੈਗਾ ਕਰਨੇ ਜ਼ਰੂਰੀ ਨੇ। ਸਾਇੰਸ ਵਾਲਿਆਂ ਨੂੰ ਹੋ ਸਕਦਾ ਸਾਰੇ ਪਹਿਲਾਂ ਹੀ ਆਉਂਦੇ ਹੋਣ, ਠੀਕ ਹੈ, ਆਉਂਦੇ ਹੋਣਗੇ, ਕੋਈ ਦਿੱਕਤ ਨਹੀਂ ਗੀ, ਬਟ ਫਿਰ ਵੀ ਆਪਾਂ ਨੇ ਕਰਨੇ ਹੈ। ਸੋ ਇਸ ਕੁਐਸਚਨ ਨੂੰ ਆਇਆ ਕਦੇ ਨਹੀਂ, ਪਰ ਇਹਨੂੰ ਮੈਂ ਇੰਪੋਰਟੈਂਟ ਕਹਿ ਸਕਦਾ, ਮਤਲਬ ਮੈਥ ਵਧੀਆ ਯੂਜ਼ ਹੁੰਦਾ ਇਹਦੇ ਵਿੱਚ ਤੁਹਾਡੇ ਕੋਲ, ਠੀਕ ਹੈ ਜੀ। ਸੋ ਕੀ ਕਹਿ ਰਿਹਾ ਹੈਗਾ ਤੁਹਾਡੇ ਕੋਲ, ਆਪਾਂ ਸਟੇਟਮੈਂਟ ਦੇਖ ਲਈਏ। ਕਹਿੰਦਾ ਸਮ ਆਫ ਦਾ 3 ਵੈਕਟਰਸ, ਕਹਿੰਦਾ ਸਮ ਮੈंने जोड़ 3 ਵੈਕਟਰਸ डिटरमाइंड बाय मीडियंस। डायग्राम मैं ऊपर बनाई हुई है। डिटरमाइंड बाय मीडियन मैंने AD एक मीडियन है, BE दूजा मीडियन है, तो CF तीजा मीडियन है। इन्हां तिन्ना मीडियन का डायरैक्टेड फ्रॉम वर्टिसिस इज़ 0। वर्टिसिस तो पहला मीडियन लिया, एक दूजे वर्टिसिस तो दूजा मीडियन लिया, तीजे वर्टिसिस तो तीजा मीडियन लिया, मतलब A तो D है, B तो E है, C तो F है। इन्हां तिन्नां दा जिहड़ा हैगा तुहाडे कोल वो वाला जिहड़ा है ये 0 हुंदा हैगा तुहाडे कोल, ठीक है जी। सो ये वाली चीज़ होगी जी तुहाडे कोल। तो हुण आपां ने तुहाडे कोल इस चीज़ नूं बनाउणा है, तां तुसीं अपनी ट्रायंगल लभणी है बस। जदों आपां नूं अपनी ट्रायंगल लभ गई ना, तो उत्थों आपां नूं क्वेश्चन बड़े आराम नाल समझ आ जाना हैगा। हुण तुसीं सिंपली देखो कि AD किहड़ी ट्रायंगल च काम आ सकदा हैगा। मैं AD लभूँगा सिर्फ, तुसी बाकी सारिया चीज़ां तुहानूं मैं सिमिलरली दस दूँगा। मतलब अगर मैं AD देखा, AD किहदे नाल आ जाऊगा, AB, अगर मैं AB ते BD जोड़ा आ सेम, तो AD आ रहा, AD मिल गया जी। AD मिलण दा एक होर तरीका भी है, क्योंकि AD इस साइड नूं भी रिप्रजेंट करता है, AD इस साइड नूं भी रिप्रजेंट करता है, क्योंकि 2 ट्रायंगल है ना। दूजा तरीका की है, इनू आपां AC तो CD कह दिंदे आ, फिर कॉमन आ गया, तो यह भी AD आ गया। तो जे मैं दोनों नूं ऐड करदा, दो ही ADियां नूं, तो यह बनूगा AB प्लस BD प्लस AC प्लस CD। तो ये वाली चीज़ बन गई जी AB प्लस BD प्लस AC प्लस CD। हुण तुसीं देखो कोई इकट्ठी भी हो रही है ये विच, AB तो मैं सिर्फ AB ही लिखदा, BD एक, BD च CD जुड़िए, ठीक है, तो AC। हुण तुसीं देखो BD च CD तो जुड़ नहीं सकती है, क्योंकि डायरैक्शन देखो जिहड़ी BD है, BD इदां है, ठीक है, BD प्लस DC, ठीक है। BD च DC करिए तो BC जरूर आ जाता, पर उत्थे डायरैक्शन चेंज है जी। हुण ध्यान नाल देखियो ज़रा, BD जिहड़ा हैगा है वो वैसे इन मैगनीट्यूड DC के बराबर है, क्योंकि D मीडियन है ना, तो DC के बराबर है। तो यदा मतलब DC नूं नैगेटिव CD मन्निया जा सकता है। तो यदा मतलब जिहड़ा BD ते CD जदों जुड़नगे तो आंसर 0 देणगे, सो ये 0 दे देणगे। AB ते AC 2 टाइम्स AD बनिया, तो यदा मतलब AD की जिहड़ी वैल्यू है 1/2 AB ते AC। तुसी देखो कि बनी किहड़ी आ AD सी, एक AB बन गई, एक AC बन गई। मतलब जे जिस ते गिरे आए वो वाली चीज़ एलिमिनेट होगी, बचिया हुई दोनों के जोड़ तो बन गया, ठीक है जी। सो ये चीज़ आपां ने बना ली, तुसी आराम नाल बना सकते हो, ठीक है। हुण अगर आपां अगे देखिए, हुण जे तुसी अगे देखो तुहाडे कोल, तुसी देखो कि हुण तुहानूं मैं सिमिलरली कह देना, सिमिलरली हुण तुसी पकड़िया BD सी ना, हुण तुसी BE पकड़िया, BE वैक्टर ਉਹਨੂੰ ਹੁਣ BE जिस ते गिरिया वो साइडां छड्ड देवे, जिस ते गिरिया छड्ड देवे, तो BE जिहड़ा हैगा तुहाडे कोल डायग्राम च देखो, BE आ है, जिस ते गिरिया उसनूं छड्ड दो, क्योंकि आपां नूं पता लग गया। ਇਹਦਾ मतलब यह BC ते BA दे जोड़ के बराबर होगा,
क्योंकि पहला आप प्रूव यही किया भी जोड़ा थोड़ा आ सीगा मीडियन ये 1/2 ए तो आने वाली साइड ए बी तो ए तो ए सी बाहरलियाँ साइडां जिते गिरिया नहीं, तो यदा मतलब तुसी बी ए सिमिलरली लिख सकते हो क्योंकि एग्जैक्टली सेम स्टैप ने। तो बी सी डायग्राम देखो ना, एक आ चीज़ बनूगी का बी सी तो बी ए, ठीक है जी। सो बी सी तो ए बी ई तुहाडे कोल आ हैगा तुहाडे कोल, ठीक है। हुण अगे तुहाडे कोल ये तो लिखा गया, चलो हुण अगला बचूगा एक सी एफ जिहड़ा होऊगा उन्हें उहदे ते गिरना है, तो यदा मतलब वो 1/2 सी तो ही शुरू करना, सी बी प्लस सी ए, डायरैक्शन ना चेंज कर देना, क्वेश्चन जाता रहेगा। हुण ये तिन्नां नूं आपां ने ऐड करना, ठीक है। ए डी सीगा, बी ई सीगा ते सी एफ सीगा, तो 1/2 बाहर रख लिया, ਉਹਦੀ वैल्यू आई सी ए सी तो ए बी, ए सी ए बी तो ए सी, ठीक है। ਇਹਦੀ आ गई बी सी तो बी ए, अगली आ गई सी बी तो सी ए। हुण तुहानूं ये पता है बी सी तो सी बी नैगेटिव, ए बी तो बी ए नैगेटिव, ए सी तो सी ए, मतलब ए सी बराबर है नैगेटिव सी ए हुंदा, बी सी बराबर है नैगेटिव सी बी हुंदा, ए बी बराबर है नैगेटिव बी ए हुंदा। सो हुण 1/2 आ गया, ए बी बराबर है ए सी का नैगेटिव सी ए हो गया, ए बी का नैगेटिव बी ए हो गया, बी सी का नैगेटिव सी बी हो गया, इत्थे बी ए पॉजिटिव, इत्थे सी बी पॉजिटिव, इत्थे सी ए पॉजिटिव, कैंसल कैंसल कैंसल। सो 1/2 गुणा 0 तो सारा 0 हो जाएगा, ठीक हो गया जी। सो ये जोड़ा है तुसी कर लेना है जी तुहाडे कोल। फिर 2-3 लैक्चर बेसिक्स ते होर करते हैं तां जो तुहानूं सारियां चीज़ां लैनियां आ जान तुहाडे कोल, ठीक है जी। क्वेश्चन इतने नहीं आते होंदे पर बेसिक्स तुहाडी एक फाउंडेशन है जिहदे बेस ते तुसी अगे जाके क्वेश्चनस करने, ठीक है जी। थैंक यू।